ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਲਈ ਭੇਜੀ ਹੈ ਕਿ ਮੇਰਾ ਨਾਮ ਨਾ ਦੱਸੀ, ਪਰ ਉਹ ਲੋਕਾਂ ਤੱਕ ਆਪਣੀ ਗਾਥਾ ਪਹੁੰਚਾਉਣੀ ਚਾਹੁੰਦਾ ਹੈ, ਖਾਸ ਕਰ ਨੌਜਵਾਨਾਂ ਤੱਕ। ਸਭ ਤੋਂ ਪਹਿਲਾਂ ਸਾਫ਼ ਸ਼ਬਦਾਂ ਵਿੱਚ ਦੱਸ ਦੇਵਾਂ ਕਿ ਇਹ ਕੋਈ ਮਨ ਘੜੰਤ ਕਹਾਣੀ ਨਹੀਂ ਹੈ, ਮੇਰੀ ਜ਼ਿੰਦਗੀ ਦਾ ਸੱਚ ਹੈ। ਤੇ ਇਸ ਸੱਚ ਦੇ ਉਹ ਸਭ ਗਵਾਹ ਨੇ ਜਿਨ੍ਹਾਂ ਨੇ ਮੇਰੇ ਨੇੜੇ ਜਾਂ ਦੂਰ ਹੋ ਕੇ ਮੇਰੀ ਜ਼ਿੰਦਗੀ ਦੇ ਇਸ ਦੌਰ ਨੂੰ ਵੇਖਿਆ ਆ। ਪੰਜਾਬ ਵਿੱਚ ਇੱਕ ਆਮ ਜਿਹੇ ਨੌਕਰੀ ਪੇਸ਼ਾ ਘਰ ਵਿੱਚ ਜੰਮਿਆ ਪਲਿਆ ਸਾਡਾ ਪੁਸ਼ਤੈਨੀ ਪਿੰਡ ਸਿੱਖ ਇਤਿਹਾਸ ਦੇ ਛੋਟੇ ਘੱਲੂਘਾਰਾ ਸਾਹਿਬ ਗੁਰਦੁਆਰੇ ਦੇ ਬਿਲਕੁਲ ਨਾਲ ਹੈ। ਸਾਡੀ ਜ਼ਮੀਨ ਵੀ ਗੁਰਦੁਆਰਾ ਸਾਹਿਬ ਤੋਂ 2 ਕੁ ਕਿੱਲੇ ਹਟਵੀਂ ਹੈ। ਬਾਪੂ ਹੋਰੀ ਦੱਸਦੇ ਹੁੰਦੇ ਆ ਕਿ ਪਹਿਲਾਂ ਗੁਰਦੁਆਰਾ ਨਹੀਂ ਸੀ ਹੁੰਦਾ। ਸਾਡੇ ਦਾਦੇ ਹੋਰਾਂ ਤੇ ਪਿੰਡ ਦੇ ਹੋਰ ਕੁਝ ਬੰਦਿਆਂ ਨੇ ਇਸ ਥਾਂ ਇੱਕ ਬੇਰੀ ਦੇ ਦੁਆਲੇ ਕੁਝ ਪੁਰਾਣੇ ਸ਼ਸਤਰ ਤੇ ਉਹਨਾਂ ਦੇ ਟੋਟੇ ਮਿਲੇ ਸੀ, ਜਿਸ ਕਰਕੇ ਉਹਨਾਂ ਨੇ ਘੱਲੂਘਾਰੇ ਦੀ ਯਾਦਗਾਰ ਬਣਾ ਦਿੱਤੀ ਤੇ ਉਸੇ ਥਾਂ ਤੇ ਅੱਜ ਕੱਲ੍ਹ ਗੁਰਦੁਆਰਾ ਘੱਲੂਘਾਰਾ ਸਾਹਿਬ ਬਣਿਆ ਹੋਇਆ। ਖੈਰ, ਮੈਂ ਉਸ ਪਿੰਡ ਵਿੱਚ ਜੰਮਿਆ ਪਲਿਆ ਨਹੀਂ। ਮੇਰੇ ਬੇਬੇ ਬਾਪੂ ਦੀ ਨੌਕਰੀ ਕਰਕੇ ਉਹ ਦੋਵੇਂ ਦੁਆਬੇ ਵਿੱਚ ਫਲੌਰ ਤੋਂ ਨਵਾਂ ਸ਼ਹਿਰ ਆਉਣ ਵਾਲੀ ਸੜਕ ਤੇ ਇੱਕ ਪਿੰਡ ਵਿੱਚ ਆ ਵਸੇ। ਇੱਥੇ ਹੀ ਮੇਰਾ ਜਨਮ ਹੋਇਆ। ਉਹ ਦੌਰ ਜਦੋਂ ਸਿੱਖ ਨੌਜਵਾਨੀ ਦਾ ਸ਼ਿਕਾਰ ਖੁੱਲ੍ਹ ਕੇ ਖੇਡਿਆ ਜਾਂਦਾ ਸੀ, ਮੈਂ ਉਦੋਂ ਤੁਰਨਾ ਸਿੱਖ ਰਿਹਾ ਸੀ। ਮੈਂ ਉਸ ਦੌਰ ਦੀ ਵੀ ਗੱਲ ਨਹੀਂ ਸੁਣਾਉਣ ਲੱਗਾ, ਮੈਂ ਆਪਣੀ ਜ਼ਿੰਦਗੀ ਬਾਰੇ ਦੱਸਣ ਲੱਗਾ ਹਾਂ। ਮੇਰੀ ਬੇਬੇ ਨੇ ਛੋਟੇ ਹੁੰਦਿਆਂ ਤੋਂ ਸਿੱਖ ਰਹੁ ਰੀਤਾਂ ਬਾਰੇ ਜਾਣਕਾਰੀ ਦਿੱਤੀ। ਚਾਅ ਨਾਲ ਗੁਰਦੁਆਰੇ ਜਾਣਾ, ਹੌਲੀ ਹੌਲੀ ਗੁਰਮੁਖੀ ਪੜ੍ਹ ਕੇ ਪਾਠ ਕਰਨ ਦਾ ਵਾਲ ਵੀ ਆ ਗਿਆ। ਮੇਰੀ ਬੇਬੇ ਹੁਣ ਤੱਕ ਨਿਯਮ ਨਾਲ ਪਾਠ ਕਰਦੀ ਹੈ। ਸਮਾਂ ਆਪਣੀ ਤੋਰ ਤੁਰਦਾ ਗਿਆ। ਸਕੂਲੀ ਪੜ੍ਹਾਈ ਤੋਂ ਬਾਅਦ ਡਿਪਲੋਮਾ ਤੇ ਫਿਰ ਡਿਗਰੀ ਵਿੱਚ ਦਾਖਲਾ ਮਿਲ ਗਿਆ। ਡਿਗਰੀ ਦੇ ਸ਼ੁਰੂਆਤੀ ਸਾਲਾਂ ਵਿੱਚ ਬਾਪੂ ਅਮਰੀਕਾ ਆ ਗਿਆ ਤੇ ਖਤਮ ਹੁੰਦੇ ਹੁੰਦੇ ਤੱਕ ਬੇਬੇ ਵੀ ਅਮਰੀਕਾ ਚਲੀ ਗਈ। ਵਾਹਿਗੁਰੂ ਦੀ ਕਿਰਪਾ ਨਾਲ ਮੈਂ ਵੀ ਇੰਗਲੈਂਡ ਪੜ੍ਹਾਈ ਲਈ ਚਲਾ ਗਿਆ। ਇਹ ਗੱਲ ਸੰਨ 2006 ਦੀ ਆ। ਮੈਂ ਇੰਗਲੈਂਡ ਆ ਕੇ ਆਪਣੇ ਆਪ ਨੂੰ ਬੜਾ ਨਾਡੂ ਖਾਂ ਸਮਝਣ ਲੱਗ ਪਿਆ ਸੀ। ਬਹੁਤਾ ਭਲਵਾਨ ਤਾਂ ਨਹੀਂ ਸੀ, ਪਰ ਸਰੀਰ ਤਗੜਾ ਸੀ। ਸ਼ਕਲ ਸੂਰਤ ਵੀ ਵਾਹਵਾ ਵਧੀਆ ਸੀ। ਤੋਂ ਇੰਗਲੈਂਡ ਉਚੇਰੀ ਪੜ੍ਹਾਈ ਦਾ ਵੀਜ਼ਾ ਮਿਲ ਜਾਣ ਕਰਕੇ ਮੋਢਿਆਂ ਉੱਪਰੋਂ ਥੁੱਕਣ ਲੱਗ ਪਿਆ ਸੀ। ਮੇਰੀ ਬੇਬੇ ਨੇ ਫੋਨ ਤੇ ਕਿਹਾ ਕਰਨਾ ਕਿ ਜਦੋਂ ਤਨਖਾਹ ਮਿਲੇ ਤਾਂ ਦਸਵੰਧ ਜ਼ਰੂਰ ਕੱਢਿਆ ਕਰ, ਗੁਰੂ ਘਰ ਜਾਇਆ ਕਰ, ਪਰ ਜਵਾਨੀ ਦੇ ਨਸ਼ੇ ਵਿੱਚ ਹਾਂ ਹੂੰ ਕਰ ਛੱਡਣੀ। ਕਦੇ ਕਦੇ ਕਹਿ ਦੇਣਾ, ਉਹ ਬੇਬੇ ਰੱਬ ਨੇ ਕਿਹੜਾ ਕਿਤੇ ਚਲੇ ਜਾਣਾ ਤੇ ਮੈਂ ਵੀ ਭੱਜ ਨਹੀਂ ਜਾਣਾ ਕਿਤੇ, ਇੱਕੋ ਵਾਰੀ ਹਿਸਾਬ ਇਕੱਠਾ ਹੀ ਕਰ ਲਵਾਂਗੇ। ਐਵੇਂ ਕਿ ਹਫ਼ਤੇ 2 ਹਫ਼ਤੇ ਬਾਅਦ ਪੈਸਿਆਂ ਦਾ ਲੈਣ ਦੇਣ ਕਰਦੇ ਫਿਰਾਂਗੇ। ਬੇਬੇ ਨੇ ਬੜਾ ਸਮਝਾਉਣਾ, ਪਰ ਆਪਾਂ ਕਿੱਥੇ ਮੰਨਦੇ ਸੀ। ਕਾਮਰੇਡਾਂ ਵਾਲਾ ਥੋੜ੍ਹਾ ਥੋੜ੍ਹਾ ਪਰਛਾਵਾਂ ਪੈਂਦਾ ਸੀ ਉਦੋਂ। ਇਹ ਵੀ ਨਹੀਂ ਸੀ ਕਿ ਮੈਂ ਪੱਕਾ ਨਾਸਤਿਕ ਹੋ ਗਿਆ ਸੀ, ਬਸ ਜਵਾਨੀ ਦੇ ਨਸ਼ੇ ਵਿੱਚ ਰੱਬ ਨੂੰ ਝੇਡਾਂ ਜੀਆਂ ਕਰਨ ਲੱਗ ਪਿਆ ਸੀ। ਵੈਸੇ ਕਦੇ ਰੱਬ ਤੋਂ ਭਰੋਸਾ ਨਹੀਂ ਸੀ ਉੱਠਿਆ, ਜਾਣ ਬੁੱਝ ਕੇ ਕਿਸੇ ਦਾ ਦਿਲ ਨਹੀਂ ਸੀ ਦੁਖਾਇਆ। ਰੱਬ ਤੇ ਭਰੋਸਾ ਵੀ ਸੀ। ਅਗਲੇ ਸਾਲ ਮੇਰੇ ਘਰਦਿਆਂ ਨੇ ਚੰਗੀ ਗੂੜੀ ਜਾਣ ਪਛਾਣ ਵਿੱਚੋਂ ਅਮਰੀਕਾ ਦੀ ਇੱਕ ਕੁੜੀ ਲੱਭ ਕੇ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ। ਮੈਂ ਇੰਗਲੈਂਡ ਤੋਂ ਪੰਜਾਬ ਆ ਕੇ ਮੰਗਣੀ ਕਰਵਾ ਲਈ ਤੇ ਵਾਪਸ ਲੰਡਨ ਆ ਗਿਆ। ਪਰ 1-2 ਮਹੀਨੇ ਬਾਅਦ ਹੀ ਮੈਂ ਬਿਮਾਰ ਹੋ ਗਿਆ। ਟਾਇਲਟ ਵਿੱਚ ਖੂਨ ਆਉਣ ਲੱਗ ਪਿਆ। ਪਹਿਲਾਂ ਤਾਂ ਬਹੁਤੀ ਗੱਲ ਹੀ ਨਾ ਗੌਲੀ, ਪਰ ਫਿਰ ਬਿਮਾਰੀ ਵੱਧ ਹੀ ਗਈ। ਜਦੋਂ ਤੱਕ ਇੰਗਲੈਂਡ ਦੇ ਡਾਕਟਰਾਂ ਦੇ ਸਮਝ ਵਿੱਚ ਪਈ ਕਿ ਮੈਨੂੰ ਅਲਸਰ ਦੀ ਤਕਲੀਫ ਹੈ, ਉਦੋਂ ਤੱਕ ਵਾਧਾ ਵੱਧ ਕੇ ਬਹੁਤ ਹੋ ਗਿਆ ਸੀ। 80 ਕਿਲੋ ਭਾਰ ਘਟ ਕੇ 45 ਹੋ ਗਿਆ ਸੀ। ਮੰਜੇ ਨਾਲ ਲੱਗ ਕੇ ਹੱਡੀਆਂ ਦੀ ਮੁੱਠ ਹੋ ਗਿਆ। ਬੇਬੇ ਬਾਪੂ ਨੇ ਅਮਰੀਕਾ ਬੈਠੇ ਰੋਈ ਜਾਣਾ ਤੇ ਮੈਂ ਬਿਸਤਰੇ ਤੇ ਇਕੱਲੇ ਪਏ ਨੇ ਲੁਕਾ ਲੁਕਾ ਕੇ ਹੰਝੂ ਪੂੰਝੀ ਜਾਣੇ। ਬੇਬੇ ਨੇ ਕਹਿਣਾ, ਪਾਠ ਕਰਿਆ ਕਰ ਪੁੱਤ। ਤੇ ਮੈਂ ਜਿਵੇਂ ਰੱਬ ਤੋਂ ਰੁੱਸਿਆ ਪਿਆ ਸੀ, ਪਰ ਰੱਬ ਮੇਰੇ ਤੋਂ ਨਹੀਂ ਸੀ ਰੁੱਸਿਆ। ਮੈਂ ਦੱਸ ਦੇਵਾਂ ਕਿ ਵੀਜ਼ੇ ਦੀਆਂ ਮੁਸ਼ਕਲਾਂ ਕਰਕੇ ਨਾ ਤਾਂ ਬੇਬੇ ਬਾਪੂ ਮੇਰੇ ਕੋਲ ਆ ਸਕਦੇ ਸੀ ਤੇ ਨਾ ਮੈਂ ਉਹਨਾਂ ਕੋਲ ਜਾ ਸਕਦਾ ਸੀ। ਪਰ ਲੰਡਨ ਵਿੱਚ ਜਿਹੜੇ ਭਾਜੀ ਤੇ ਭਾਬੀ ਨੇ ਮੈਨੂੰ ਆਪਣੇ ਕੋਲ ਰੱਖਿਆ, ਸਕਿਆਂ ਤੋਂ ਵੱਧ ਖਿਆਲ ਰੱਖਿਆ। ਇੱਥੋਂ ਤੱਕ ਕਿ ਮੈਨੂੰ ਇਹ ਵੀ ਯਾਦ ਨਹੀਂ ਕਿ ਮੈਂ ਕਦੇ ਕਮਰੇ ਦਾ ਕਿਰਾਇਆ ਵੀ ਦਿੱਤਾ ਹੋਵੇ ਜਾਂ ਕਦੇ ਰਾਸ਼ਨ ਵਿੱਚ ਹਿੱਸਾ ਪਾਇਆ ਹੋਵੇ। ਉਲਟਾ ਭਾਜੀ ਤੇ ਭਾਬੀ ਨੇ ਮੇਰੇ ਮੰਜੇ ਤੇ ਪਏ ਦੀ ਹਰ ਫਰਮਾਇਸ਼ ਪੂਰੀ ਕਰਨੀ। ਜੇ ਅੱਧੀ ਰਾਤ ਨੂੰ ਵੀ ਮੈਂ ਕਿਹਾ ਕਿ ਕੁਝ ਖਾਣਾ ਹੈ ਤਾਂ ਭਾਬੀ ਨੇ ਤਾਜ਼ਾ ਬਣਾ ਕੇ ਦੇਣਾ, ਜਿਵੇਂ ਰੱਬ ਆਪ ਆ ਕੇ ਮੇਰਾ ਖਿਆਲ ਰੱਖਦਾ ਹੋਵੇ। ਇਲਾਜ ਦੇ ਲਈ ਮੈਂ ਕਦੇ ਪੰਜਾਬ ਤੇ ਕਦੇ ਲੰਡਨ ਗੇੜਿਆਂ ਵਿੱਚ ਪਏ ਰਹਿਣਾ। ਬਿਸਤਰੇ ਤੇ ਪਏ ਬੰਦੇ ਨੂੰ ਇੰਨਾ ਸਫ਼ਰ ਕਰਨਾ ਕਿੰਨਾ ਔਖਾ ਹੈ, ਇਹ ਮੈਨੂੰ ਹੀ ਪਤਾ। ਮੈਨੂੰ ਦਿੱਲੀ ਤੋਂ ਲੈਣ ਜਾਂ ਛੱਡਣ ਵਾਲਿਆਂ ਨੂੰ ਪਤਾ
कि हर 15-15 मिनट बाद पेट्रोल पंप ते गड्डी रोक के मैनू टॉयलेट ले जाना। हर 15-15 मिनट बाद टॉयलेट जाना ते टॉयलेट विच सिर्फ खून ही खून होना, कोई दवाई असर ना करनी। रोटी जां कुछ होर सख्त खाना बंद सी। 3 वेले सिर्फ खिचड़ी खानी ते वो भी 1 जां अद्धी कौली। पहले चमचे तो लैके आखिरी चमचे दौरान 2 जां 3 वारी उठ के टॉयलेट जाना। कई वारी तां बिस्तरे तो टॉयलेट जाण दी वाट भी पूरी नहीं सी हुंदी, कपड़े लिपट जाने। इत्थे पंजाब विच भी मेरे मसेर भरा ने ते भाभी ने मेरी बहुत सेवा की, जिवें रब मैनूं दुख दे के भी मेरी आप संभाल कर रहा सी। मैं मन विच वाहिगुरू वाहिगुरू करदा हुंदा सी, पर कदे नेम नाल पाठ नहीं सी करदा। हालांकि बेबे ने बहुत कहना कि नेम नाल पाठ करया कर। बेबे बापू दी उदों तक दी सारी कमाई ते अमरीका विच दिहाड़ियां ते मिहनतां नाल कमाए सारे डॉलर डॉक्टरां दीयां जेबां विच चले गए। शायद रब हिसाब कर रहा सी ते मैं व्याज समेत मोड़ रहा सी। मैनू पता नहीं किन्ना को ग्लूकोज लगा। कुल अरसे दौरान कोई 15 को यूनिट खून दे चढ़े होणगे। हर महीने हस्पताल विच 1-2 हफ्ते लाउणे आम गल सी। जिन्ना मैं कमज़ोर हो गया सी, हड्डियां दी मुठ हो गया ही। उस तो मेरे रिश्तेदार ये सोचते कि शायद इनू कोई नामुराद बीमारी लग गई है। इंग्लैंड गए ने जवानी के नशे विच कुछ गलत कर लिया होवेगा, शायद एड्स ना हो गई होवे। इसे दौरान मेरी होने वाली घर वाली नूं मैं हस्पताल बिस्तरे ते पए ने साफ कहा कि वह मेरी उड़ीक ना करे। तां उहदा जवाब सी कि जे विआह तो बाद तुसीं बीमार हो जांदे तां फिर की हुंदा। मैनू उस ते बड़ा माण होया कि अमरीका विच रह के भी कोई इन्ना चंगा हो सकदा। उसे दे जोर पाउण ते साडे विआह दी तरीक मिथी गई। विआह लई 2007 दसंबर विच वो पंजाब आए। विआह तो पूरा 1 हफ्ता पहला मैं हस्पताल विच फिर दाखल सी। 3 यूनिट खून दे लवा के तुरन जोगा होया। अगले ऐतवार नवां शहर दे पैलस विच विआह सी। मैं खास तौर ते अपने रिश्तेदारां नूं कहा होया सी गुरद्वारे ते ग्रंथियां दे रागियां नूं ये पक्का कर देण कि मैं बहुती देर नहीं बह सकदा, इसलिए ज़्यादा देर कीर्तन ना करन, बस लावां करवा के मैनूं तोर देण। क्योंकि मैं अपने आप नूं बहुत कोशिश करके भी 30-40 मिनट तो वध नहीं सी रोक सकदा। लावां ते बहण वेले मैं अपने वाहिगुरू अगे अरदास कीती कि मालका तेरे दर ते आया, तू इज्जत रख लै, जिउंदा भी तेरा ते मरिया भी तेरा। मेरा वाहिगुरू बेअंत है ते वाहिगुरू बख्शणहार भी है, पर रब सच्चा इम्तिहान भी लैंदा ते टुणका भी लैंदा कि किते जिहड़े भांडे विच मेहरां दी दौलत भरनी है वो पक्का भी है कि नहीं। शायद इहो कुछ मेरे नाल हो रहा सी ते कुछ होना बाकी सी। असीं सुखी संदी विआह के घर आ गए। मेरे बेबे बापू अमरीका बैठे वीज़े की मजबूरी करके विआह ते भी नहीं आ सके सी। विआह के हफ्ते को मगरों मेरी घरवाली अमरीका आ गई ते मैं वापस इंग्लैंड चला गया, क्योंकि इंग्लैंड विच इलाज मुफ्त ते वधिया सी, पर रफ्तार बहुत हौली सी। 2008 मैं सारा इंग्लैंड रहा ते 2009 विच अपनी घरवाली दे कहण ते इंग्लैंड छड्ड के अगस्त विच पक्का ही पंजाब आ गया, ताकि अपना अमरीका का वीज़ा ग्रीन कार्ड लैके मैं अमरीका पहुँच जावां। दसंबर तक कागजां दी दौड़ भज करके अपना मैडिकल क्लीयर करके मैं पासपोर्ट ते ग्रीन कार्ड लवा लिया सी। अल्सर कोई ऐसी बीमारी नहीं जो मैडिकल विच रुकावट बने। जनवरी की फ्लाइट बुक करवा के सारिਆਂ ਨੂੰ दस दिता कि मैं जा रहा। मेरी फ्लाइट मंगलवार की सी। शुक्रवार शाम ਨੂੰ कोई 4 वजे मैनू दिल्ली अंबैसी तो फोन आया कि जिस दिन मेरा वीज़ा स्टिकर छपया सी उस दिन उन्हां दी प्रिंटिंग मशीन विच कोई तकनीकी नुक्स सी, इसलिए उस दिन छपे सारे वीज़ियां विच तकनीकी मुश्किलां हन। इसलिए अंबैसी वाले उस दिन जारी होए सारे वीज़े वालियां नूं फोन करके वापस बुला रहे आ ताकि उन्हां दे पासपोर्ट ते नवां स्टिकर छाप के लाया जा सके। मेरी फ्लाइट मंगलवार दी सी, इसलिए मैं उन्हां नूं कहा कि मैं सोमवार अंबैसी हाज़र हो जावांगा। मैं सारे रिश्तेदारां दोस्तां मित्रां नूं मिल के समान पैक करके दिल्ली आ गया ताकि सोमवार काम नबेड़ के मंगलवार उत्थों की फ्लाइट फड़ लवां। जदों सोमवार अंबैसी जाके अपना पासपोर्ट जमा करवाया तो थोड़ी देर बाद मैनू एक निक्के जिहे कमरे में सद्दिया गया। उन्होंने मेरी पुछगिछ करनी शुरू कर दी। आखे विआह किवें होया, किन्ने पैसे दिते सी, तेरे बेबे बापू अमरीका किवें गए सी ते होर बहुत कुछ।
ਮੈਂ ਇੰਤਜ਼ਾਰ ਕੀਤਾ ਤੇ ਕਿਹਾ ਕਿ ਮੇਰੀ ਇੰਟਰਵਿਊ ਪਹਿਲਾਂ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਹੀ ਵੀਜ਼ਾ ਮਿਲਿਆ। ਹੁਣ ਦੁਬਾਰਾ ਮੈਂ ਕਿਸੇ ਸਵਾਲ ਦਾ ਜਵਾਬ ਨਹੀਂ ਦੇਣਾ ਜਦ ਤੱਕ ਤੁਸੀਂ ਮੈਨੂੰ ਇਹ ਨਹੀਂ ਦੱਸਦੇ ਕਿ ਇਹ ਪੁੱਛਗਿੱਛ ਕਿਉਂ ਹੋ ਰਹੀ ਹੈ। ਜਦੋਂ ਮੈਂ ਅੜ ਗਿਆ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਸਾਨੂੰ ਤੇਰੀ ਵਾਈਫ ਦੀ ਫੈਕਸ ਮਿਲੀ ਹੈ ਤੇ ਉਹਦੇ ਵਿੱਚ ਉਹਨੇ ਕਿਹਾ ਏ ਕਿ ਉਹ ਤੇਰੇ ਤੋਂ ਤਲਾਕ ਲੈਣ ਜਾ ਰਹੀ ਹੈ ਤੇ ਤੇਰੀ ਸਪਾਂਸਰਸ਼ਿਪ ਵਾਪਸ ਲੈਂਦੀ ਹੈ। ਇਸ ਲਈ ਅਸੀਂ ਤੇਰਾ ਵੀਜ਼ਾ ਗ੍ਰੀਨ ਕਾਰਡ ਰੱਦ ਕਰ ਰਹੇ ਹਾਂ। ਮੈਨੂੰ ਸਮਝ ਨਾ ਆਵੇ ਕਿ ਹੋ ਕੀ ਰਿਹਾ ਹੈ, ਰੋਵਾਂ ਜਾਂ ਹੱਸਾਂ। ਆਪਣਾ ਰੱਦ ਹੋਇਆ ਗ੍ਰੀਨ ਕਾਰਡ ਲੈ ਕੇ ਮੈਂ ਜਿਸ ਗੱਡੀ ਵਿੱਚ ਸਮਾਨ ਲੈ ਕੇ ਦਿੱਲੀ ਗਿਆ ਸੀ ਉਸੇ ਤੇ ਪੰਜਾਬ ਵਾਪਸ ਆ ਗਿਆ। ਵਾਪਸ ਆ ਕੇ ਦਿਲ ਤੇ ਬਹੁਤ ਬੋਝ ਲੈ ਲਿਆ। ਕਦੇ ਕਦੇ ਦਿਲ ਕਰਨਾ ਕਿ ਖੁਦਕੁਸ਼ੀ ਕਰ ਲਵਾਂ। ਘਰ ਦੇ ਨਾਲ ਜਰਨੈਲੀ ਸੜਕ ਵਗਦੀ ਹੈ। ਤਕਰੀਬਨ ਰੋਜ਼ ਹੀ ਸੜਕ ਕੰਢੇ ਜਾ ਕੇ ਖੜ ਜਾਣਾ ਕਿ ਹੁਣ ਆਉਣ ਵਾਲੇ ਅਗਲੇ ਟਰੱਕ ਥੱਲੇ ਆ ਕੇ ਟੰਟਾ ਮੁਕਾ ਦੇਣਾ। ਪਰ ਉਨੀ ਦੇਰ ਇਹ ਵੀ ਸੋਚਣਾ ਕਿ ਮਨਾ ਤੂੰ ਆਪ ਤਾਂ ਖੁਦਕੁਸ਼ੀ ਨੂੰ ਬੁਜ਼ਦਿਲੀ ਕਹਿੰਦਾ ਰਿਹਾ ਤੇ ਹੁਣ ਆਪ ਹੀ ਬੁਜ਼ਦਿਲ ਬਣ ਰਿਹਾ। ਤੂੰ ਮਾਂ ਪਿਓ ਦਾ ਕੱਲਾ ਕੱਲਾ ਪੋਤਿਆਂ, ਤੇਰੇ ਤੇ ਉਹਨਾਂ ਨੇ ਆਪਣਾ ਸਾਰਾ ਕੁਝ ਦਾਅ ਤੇ ਲਾ ਦਿੱਤਾ, ਉਹਨਾਂ ਦੀ ਸਾਰੀ ਕਮਾਈ ਉਜਾੜ ਕੇ, ਤੇ ਹੁਣ ਤੂੰ ਖੁਦਕੁਸ਼ੀ ਦਾ ਰਾਹ ਫੜੇਂਗਾ। ਇਹਨਾਂ ਸੋਚਾਂ ਵਿੱਚ ਘਿਰੇ ਨੇ ਵਾਪਸ ਆ ਜਾਣਾ। 2010 ਦੀ ਦੀਵਾਲੀ ਦੇ ਦਿਨਾਂ ਦੀ ਗੱਲ ਹੈ। ਇੱਕ ਦਿਨ ਪਤਾ ਨਹੀਂ ਮਨ ਵਿੱਚ ਕੀ ਖਿਆਲ ਆਇਆ ਤੇ ਮੈਂ ਘਰਦਿਆਂ ਨੂੰ ਕਿਹਾ ਕਿ ਮੈਂ ਪਿੰਡ ਜਾਣਾ ਆ, ਘੱਲੂਘਾਰੇ ਗੁਰਦੁਆਰਾ ਸਾਹਿਬ ਮੱਥਾ ਟੇਕਣ। ਗੱਡੀ ਘਰੇ ਖੜੀ ਸੀ ਤੇ 15-20 ਮਿੰਟ ਬਾਅਦ ਰੁਕ ਕੇ ਗੁਰਦਾਸਪੁਰ ਜਾਣਾ ਕੋਈ ਬੜਾ ਔਖਾ ਵੀ ਨਹੀਂ ਸੀ। ਸੋ ਮੈਂ ਆਪਣਾ ਜ਼ਰੂਰੀ ਸਮਾਨ ਤੇ ਦਵਾਈਆਂ ਲੈ ਕੇ ਪਿੰਡ ਆ ਗਿਆ। ਅਗਲੇ ਦਿਨ ਗੁਰੂ ਘਰ ਜਾ ਕੇ ਅਰਦਾਸ ਕੀਤੀ ਤੇ ਉਸ ਮਾਲਕ ਅੱਗੇ ਬੇਨਤੀ ਕੀਤੀ ਕਿ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਨਾ ਚਾਹੁੰਦਾ ਹਾਂ, ਪਰ ਬਹੁਤੀ ਦੇਰ ਬਹਿ ਨਹੀਂ ਸਕਦਾ। ਇੱਕ ਤਾਂ ਟਾਇਲਟ ਦਾ ਜ਼ੋਰ ਪੈਣ ਲੱਗ ਜਾਂਦਾ ਹੈ ਤੇ ਨਾਲ ਦੀ ਨਾਲ ਢਿੱਡ ਪੀੜ ਹੋਣ ਲੱਗ ਜਾਂਦੀ ਹੈ। ਸੋ ਮੇਰੇ ਵਾਹਿਗੁਰੂ, ਤੂੰ ਹੀ ਸਹਾਈ ਹੋ ਕੇ ਮੇਰੀ ਬਾਂਹ ਫੜ। ਮੈਂ ਜਦੋਂ ਬੇਬੇ ਨਾਲ ਸਲਾਹ ਕੀਤੀ ਸੀ ਤਾਂ ਬੇਬੇ ਕਹਿੰਦੀ ਕਿ ਪੁੱਤ ਮਨ ਵਿੱਚ ਇਹ ਨਾ ਸੋਚੀ ਕਿ ਤੂੰ ਪਾਠ ਕਰਨਾ ਹੈ, ਸਗੋਂ ਇਹ ਅਰਦਾਸ ਕਰੀ ਕਿ ਸੱਚੇ ਪਾਤਸ਼ਾਹ ਮੇਰੇ ਤੇ ਮਿਹਰ ਕਰੋ ਤੇ ਮੇਰੇ ਕੋਲੋਂ ਪਾਠ ਦੀ ਸੇਵਾ ਲਓ। ਵਾਹਿਗੁਰੂ ਨੇ ਮੇਰੇ ਤੇ ਮਿਹਰ ਕੀਤੀ ਤੇ ਰੋਜ਼ ਗੁਰੂ ਘਰ ਜਾ ਕੇ ਅਰਦਾਸ ਕਰਕੇ ਚੌਂਕੜਾ ਮਾਰਨ ਤੇ ਸੁਖਮਨੀ ਸਾਹਿਬ ਪੜ੍ਹਨ ਜਿੰਨੀ ਤਾਕਤ ਕਿਤੋਂ ਨਾ ਕਿਤੋਂ ਇਕੱਠੀ ਹੋ ਹੀ ਜਾਣੀ। ਹੌਲੀ ਹੌਲੀ ਬਾਣੀ ਪੜ੍ਹਨ ਨਾਲ ਮਨ ਨੂੰ ਵੀ ਧਰਵਾਸ ਆਉਣਾ ਸ਼ੁਰੂ ਹੋਇਆ। ਉਸ ਅਕਾਲ ਪੁਰਖ ਪ੍ਰਤੀ ਜਿਹੜੇ ਗਿਲੇ ਸ਼ਿਕਵੇ ਮਨ ਵਿੱਚ ਹੋਏ ਸਨ ਉਹ ਵੀ ਦੂਰ ਹੋ ਗਏ ਤੇ ਮੈਨੂੰ ਉਹ ਦਵਾਈ ਜਿਹੜੀ ਮੈਂ ਕਈ ਸਾਲਾਂ ਤੋਂ ਖਾ ਰਿਹਾ ਸੀ ਥੋੜਾ ਥੋੜਾ ਅਸਰ ਕਰਨ ਲੱਗ ਪਈ ਸੀ। ਵਾਹਿਗੁਰੂ ਤੇ ਭਰੋਸਾ ਪੱਕਾ ਹੋਣ ਤੋਂ ਬਾਅਦ ਮੇਰੇ ਦਿਨ ਫਿਰਨ ਲੱਗੇ। 2013 ਵਿੱਚ ਜਦੋਂ ਮੈਂ ਥੋੜਾ ਤੁਰਨ ਫਿਰਨ ਜੋਗਾ ਹੋਇਆ, ਹੁਣ ਮੈਨੂੰ ਇਹ ਫਿਕਰ ਸੀ ਕਿ ਮੈਂ ਕਮਾਵਾਂਗਾ ਕੀ ਤੇ ਖਾਵਾਂਗਾ ਕੀ। ਸਾਰੀ ਉਮਰ ਬੇਬੇ ਬਾਪੂ ਤੇ ਬੋਝ ਬਣ ਕੇ ਵੀ ਮੈਂ ਨਹੀਂ ਸੀ ਰਹਿ ਸਕਦਾ। ਭਾਰਾ ਕੰਮ ਮੇਰੇ ਕੋਲੋਂ ਕੋਈ ਹੋਣਾ ਨਹੀਂ ਸੀ ਤੇ ਅਫਸਰੀ ਦੀ ਕੁਰਸੀ ਵਾਲੇ ਕੰਮ ਦਾ ਕੋਈ ਤਜਰਬਾ ਨਹੀਂ ਸੀ। 2013 ਦੀ ਅਪ੍ਰੈਲ ਦੀ ਗੱਲ ਹੈ, ਜਦੋਂ ਕੈਨੇਡਾ ਰਹਿੰਦੇ ਮੇਰੇ ਇੱਕ ਪੁਰਾਣੇ ਜਮਾਤੀ ਦੋਸਤ ਦਾ ਫੋਨ ਆਇਆ। ਉਹਨੇ ਮੈਨੂੰ ਅਮਰੀਕਾ ਦੀ ਇੱਕ ਸੌਫਟਵੇਅਰ ਕੰਪਨੀ ਵਿੱਚ ਨੌਕਰੀ ਲਈ ਅਰਜ਼ੀ ਦੇਣ ਲਈ ਕਿਹਾ। ਉਹ ਨੌਕਰੀ ਮੁੰਬਈ ਵੱਲ ਇੱਕ ਮਸ਼ਹੂਰ ਸ਼ਹਿਰ ਵਿੱਚ ਸੀ। ਮੈਨੂੰ ਲੱਗਦਾ ਸੀ ਕਿ ਬਿਨਾਂ ਕਿਸੇ ਖਾਸ ਤਜਰਬੇ ਦੇ ਮੇਰਾ ਕੋਈ ਐਡੀ ਵੱਡੀ ਕੰਪਨੀ ਵਿੱਚ ਕੰਮ ਨਹੀਂ ਲੱਗ ਸਕਦਾ, ਪਰ ਉਹਦੇ ਕਹਿਣ ਤੇ ਮੈਂ ਨੌਕਰੀ ਦੀ ਅਰਜ਼ੀ ਭਰ ਦਿੱਤੀ। ਵਾਹਿਗੁਰੂ ਨੇ ਕਿਰਪਾ ਕੀਤੀ ਤੇ ਮੈਨੂੰ ਉਹ ਨੌਕਰੀ 4,85,000 ਸਾਲਾਨਾ ਪੈਕੇਜ ਤੇ ਮਿਲ ਗਈ। ਮੇਰੀ ਇੰਟਰਵਿਊ ਤੋਂ ਕੁਝ ਦਿਨ ਪਹਿਲਾਂ ਮੇਰੇ ਬੇਬੇ ਬਾਪੂ ਨੂੰ ਅਮਰੀਕਾ ਦੀ ਨਾਗਰਿਕਤਾ ਵੀ ਮਿਲ ਗਈ ਤੇ ਉਹ ਵੀ ਪੰਜਾਬ ਮੈਨੂੰ ਤਕਰੀਬਨ 7-8 ਸਾਲਾਂ ਬਾਅਦ ਆ ਕੇ ਮਿਲੇ। ਮਹੀਨੇ ਕੁ ਬਾਅਦ ਮਈ 2013 ਵਿੱਚ ਉਹ ਅਮਰੀਕਾ ਆ ਗਏ ਤੇ ਮੈਂ ਨੌਕਰੀ ਲਈ ਪੰਜਾਬ ਛੱਡ ਕੇ ਉਸ ਦੱਖਣੀ ਸ਼ਹਿਰ ਆ ਗਿਆ। ਨਵੀਂ ਥਾਂ ਆ ਕੇ ਰਹਿਣ ਸਹਿਣ ਬਦਲਿਆ, ਆਦਤਾਂ ਬਦਲੀਆਂ ਤੇ ਸਵੇਰੇ ਉੱਠ ਕੇ ਪਾਠ ਕਰਨਾ ਸ਼ੁਰੂ ਕੀਤਾ। ਮੇਰੀ ਸਿਹਤ ਵਿੱਚ ਸੁਧਾਰ ਹੋ ਰਿਹਾ ਸੀ। ਸਾਲ ਦੇ ਅਖੀਰ ਤੱਕ ਕਾਫੀ ਫਰਕ ਸੀ। ਨਵਾਂ ਸਾਲ ਚੜ੍ਹਦਿਆਂ ਹੀ ਮੇਰੀ ਕੈਨੇਡਾ ਦੀ ਪੁਆਇੰਟ ਸਿਸਟਮ ਤੇ ਪਾਈ ਗਈ PR ਦੀ ਅਰਜ਼ੀ ਤੇ ਸੁਣਵਾਈ ਹੋ ਗਈ ਤੇ ਮਾਰਚ ਵਿੱਚ ਮੈਂ ਕੈਨੇਡਾ ਆ ਗਿਆ। ਅੱਜ ਮੈਨੂੰ ਕੈਨੇਡਾ ਆਏ ਨੂੰ 5 ਸਾਲ ਤੋਂ ਉੱਤੇ ਹੋ ਚੱਲੇ ਆ। ਵਾਹਿਗੁਰੂ ਦੀ ਮਿਹਰ ਨਾਲ ਸਿਟੀਜ਼ਨ ਵੀ ਹੋ ਗਿਆ ਤੇ ਪਿਛਲੇ ਸਾਲ ਦੁਬਾਰਾ ਵਿਆਹ ਵੀ ਹੋ ਗਿਆ। ਜ਼ਿੰਦਗੀ ਬਹੁਤ ਵਧੀਆ ਤੁਰ ਪਈ ਹੈ। ਇਹ ਸਾਰੀ ਰਾਮ ਕਹਾਣੀ ਨੂੰ ਸੁਣਾਉਣ ਦਾ ਮੇਰਾ ਮਤਲਬ ਇਹ ਸੀ ਕਿ ਜ਼ਿੰਦਗੀ ਵਿੱਚ ਔਕੜਾਂ ਬਹੁਤ ਆਉਂਦੀਆਂ ਨੇ। ਹਰ ਇੱਕ ਨੂੰ ਵੱਖਰੀ ਔਕੜ ਆਉਂਦੀ ਹੈ ਤੇ ਜੇ ਤੁਸੀਂ ਆਪਣੇ ਰੱਬ ਤੇ ਵਿਸ਼ਵਾਸ ਰੱਖਦੇ ਹੋ ਤਾਂ ਰੱਬ ਤੁਹਾਨੂੰ ਉਹਨਾਂ ਔਕੜਾਂ ਨਾਲ ਜੂਝਣ ਦਾ ਜਿਗਰਾ ਤੇ ਸਬਰ ਵੀ ਬਖਸ਼ਦਾ ਹੈ। ਉਹਦੀ ਰਜ਼ਾ ਵਿੱਚ ਰਾਜੀ ਰਹਿਣਾ ਜਦੋਂ ਆ ਜਾਏ ਤਾਂ ਫਿਰ ਦੁੱਖ ਵੀ ਉਹਦੇ ਹੀ ਹੁੰਦੇ ਆ ਤੇ ਸੁੱਖ ਵੀ। ਗੱਲ ਮੰਨਣ ਦੀ ਹੈ। ਪਰ ਜੇ ਤੁਸੀਂ ਸੋਚੋ ਕਿ ਰੱਬ ਇੱਕ ਪੁਰਾਣਾ ਖਿਆਲ ਆ ਜਾਂ ਵੇਲਾ ਵਿਆਹ ਚੁੱਕਾ ਕੋਈ ਸਿਧਾਂਤ ਆ
ਤੇ ਤੁਸੀਂ ਨਵੇਂ ਇਨਕਲਾਬੀ ਉਸ ਪੁਰਾਣੇ ਸਿਧਾਂਤ ਨੂੰ ਬਦਲ ਕੇ ਕੋਈ ਨਵਾਂ ਸਿਧਾਂਤ ਘੜ ਲਓਗੇ ਤਾਂ ਤੁਹਾਡੀ ਖੁਸ਼ਫਹਿਮੀ ਆ। ਚੰਗਾ ਹੈ ਕਿ ਤੁਸੀਂ ਆਪਣੇ ਆਪ ਨੂੰ ਰੱਬ ਦੀ ਰਜ਼ਾ ਵਿੱਚ ਢਾਲ ਲਓ, ਨਾ ਕਿ ਇਹ ਕੋਸ਼ਿਸ਼ ਕਰੋ ਕਿ ਰੱਬ ਨੂੰ ਆਪਣੀ ਸਹੂਲਤ ਮੁਤਾਬਕ ਚਲਾ ਲਵਾਂਗੇ। ਰੱਬ ਦੇ ਸ਼ਰੀਕ ਨਾ ਬਣੋ, ਨਿਮਾਣੇ ਹੋ ਕੇ ਭਾਣਾ ਮੰਨੋ ਤੇ ਰਜ਼ਾ ਵਿੱਚ ਰਾਜ਼ੀ ਰਹੋ। ਉਹ ਤੁਹਾਨੂੰ ਹਿੰਮਤ ਵੀ ਬਖਸ਼ੇਗਾ ਤੇ ਹੌਸਲਾ ਵੀ। ਜੇ ਤੁਸੀਂ ਰੱਬ ਦੇ ਹੋ ਜਾਵੋਗੇ ਤਾਂ ਉਹਦੇ ਦਿੱਤੇ ਦੁੱਖ ਸੁੱਖ ਵੀ ਚੁਭਣਗੇ ਨਹੀਂ। ਪਰ ਜੇ ਕਹੋ ਕਿ ਆਪਣੀ ਸਹੂਲਤ ਲਈ ਗੁਰਦੁਆਰੇ ਬਹਿਣ ਲਈ ਕੁਰਸੀ ਚਾਹੀਦੀ ਆ, ਤਾਂ ਫਿਰ ਤੁਸੀਂ ਆਪਣੀ ਸਹੂਲਤ ਦੇ ਗੁਲਾਮ ਹੋ ਚੁੱਕੇ ਹੋ ਤੇ ਤੁਹਾਡੇ ਸਰੀਰ ਨੂੰ ਜੰਗਾਲ ਲੱਗ ਚੁੱਕਾ ਹੈ। ਤੇ ਯਾਦ ਰੱਖਿਓ, ਜੰਗਾਲੇ ਸਰੀਰ ਕਦੇ ਵੀ ਜ਼ਿੰਮੇਵਾਰੀ ਵਾਲਾ ਕੋਈ ਭਾਰ ਨਹੀਂ ਚੁੱਕ ਸਕਦੇ। ਇਸ ਵੀਰ ਦੀ ਕਹਾਣੀ ਤੋਂ ਸਾਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ। ਜੇ ਤੁਹਾਨੂੰ ਵੀ ਕਹਾਣੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਨਾ। ਜੇ ਤੁਸੀਂ ਸਾਡੇ ਚੈਨਲ ਬੀਇੰਗ ਸਿੱਖ ਤੇ ਪਹਿਲੀ ਵਾਰ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਤੁਸੀਂ ਸਾਨੂੰ ਇੰਸਟਾਗ੍ਰਾਮ ਐਂਡ ਫੇਸਬੁੱਕ ਤੇ ਵੀ ਲਾਈਕ ਐਂਡ ਫੋਲੋ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।